पावन धरती दे वल तेरे वधदे कदम, पावन धरती दे वल तेरे वधदे कदम, तेरे जीवन दे बंदेरा खोलणगे रब दी बरकत दे नाल, उजड़े खिल जाणगे सुते पाग तेरे जाग तैनू डोलणगे पावन धरती दे वल। मंगी दुआ पूरी हो जावेगी, वगदी हनेरी भी खलो जावेगी। मंगी दुआ पूरी हो जावेगी, वगदी हनेरी भी खलो जावेगी। फिर ना होवेगा डर ना ही कोई फिकर, खंभ आत्मा दे तेरे उत्ते डोलने रब दी बरकत दे नाल, उजड़े खिल जाणगे सुते पाग तेरे जाग तैनू डोलने पावन धरती दे वल तेरे वधदे कदम, तेरे जीवन दे बंदेरा खोलणे पावन धरती दे वल। प्यारे दर्शकों, तुहानू सारिਆਂ ਨੂੰ प्यार भरी जय यीशु दी। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸੰਤ ਯੂਸਫ ਚਰਚ ਫਿਰੋਜ਼ਪੁਰ ਕੈਂਟ ਵਿਖੇ। ਇਹ ਗਿਰਜਾ ਘਰ ਇਤਿਹਾਸਿਕ ਗਿਰਜਾ ਘਰਾਂ ਵਿੱਚੋਂ ਆਕਾਰ ਵਿੱਚ ਸਭ ਤੋਂ ਵੱਡਾ ਅਤੇ ਬਹੁਤ ਹੀ ਖੂਬਸੂਰਤ ਗਿਰਜਾ ਘਰ ਹੈ। ਇਸ ਦੀ ਹੋਂਦ ਵੇਲੇ ਇਸ ਨੂੰ ਸਦਾ ਸਹਾਈ ਧੰਨ ਕੁਵਾਰੀ ਮਰੀਅਮ ਨੂੰ ਸਮਰਪਿਤ ਕੀਤਾ ਗਿਆ ਸੀ, ਪਰ ਇਸ ਦੀ ਉਸਾਰੀ ਤੋਂ ਬਾਅਦ ਸੰਤ ਯੂਸਫ ਨੂੰ ਇਸ ਗਿਰਜਾ ਘਰ ਦਾ ਮੁੱਖ ਸਰਪ੍ਰਸਤ ਚੁਣ ਲਿਆ ਗਿਆ ਸੀ। ਜਦੋਂ ਅਸੀਂ ਸੰਤ ਯੂਸਫ ਬਾਰੇ ਸੁਣਦੇ ਹਾਂ ਤਾਂ ਸਾਡੇ ਦਿਲ ਹੋਰ ਵੀ ਖੁਸ਼ੀ ਨਾਲ ਭਰ ਜਾਂਦੇ ਹਨ, ਕਿਉਂਕਿ ਇਹ ਸਾਲ ਸੰਤ ਯੂਸਫ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਇਸ ਲਈ ਹੋਇਆ ਕਿਉਂਕਿ ਇਹ ਸਾਲ ਸੰਤ ਯੂਸਫ ਦੇ ਸਰਵਵਿਆਪੀ ਕਲੀਸਿਆ ਦੇ ਸਰਪ੍ਰਸਤ ਹੋਣ ਵਜੋਂ 150ਵਾਂ ਜੁਬਲੀ ਸਾਲ ਵੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੰਤ ਯੂਸਫ ਪ੍ਰਭੂ ਯਿਸੂ ਮਸੀਹ ਦੇ ਪਾਲਣਹਾਰ ਬਾਪ ਸੀ ਅਤੇ ਉਸਨੇ ਖੁਦਾ ਦੀ ਮਰਜ਼ੀ ਦੇ ਵਿੱਚ ਹਰ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ ਦੇ ਨਾਲ ਅਤੇ ਸ਼ਰਧਾ ਨਾਲ ਪੂਰਾ ਕੀਤਾ ਅਤੇ ਸਾਡੇ ਸਾਰਿਆਂ ਲਈ ਨੇਕੀ ਅਤੇ ਇਨਸਾਫ ਪਸੰਦੀ ਦੀ ਮਿਸਾਲ ਪੈਦਾ ਕੀਤੀ। ਇਸ ਲਈ ਇਸ ਜੁਬਲੀ ਸਾਲ ਦੇ ਮੌਕੇ ਤੇ ਮਾਨਯੋਗ ਫਾਦਰ ਜੌਨ ਤੇਜਾ ਨੇ ਸੰਤ ਯੂਸਫ ਦੇ ਆਦਰ ਵਿੱਚ ਇੱਕ ਗੀਤ ਤਿਆਰ ਕੀਤਾ ਹੈ, ਜਿਸ ਨੂੰ ਅਸੀਂ ਹੁਣ ਸੁਣਾਂਗੇ ਵੀ। ਪਰ ਉਸ ਤੋਂ ਪਹਿਲਾਂ ਆਓ ਅਸੀਂ ਸੰਤ ਯੂਸਫ ਦੇ ਅੱਗੇ ਰਲ ਕੇ ਜੁਬਲੀ ਪ੍ਰਾਰਥਨਾ ਕਰੀਏ। ਸਲਾਮ ਹੈ ਮੁਕਤੀਦਾਤੇ ਦੇ ਰਖਵਾਲੇ, ਧੰਨ ਕੁਵਾਰੀ ਮਰੀਅਮ ਦੇ ਜੀਵਨ ਸਾਥੀ। ਖੁਦਾ ਨੇ ਆਪਣੇ ਇਕਲੌਤੇ ਬੇਟੇ ਨੂੰ ਤੇਰੇ ਹੱਥਾਂ ਵਿੱਚ ਸੌਂਪਿਆ। ਮਰੀਅਮ ਨੇ ਤੇਰੇ ਉੱਤੇ ਭਰੋਸਾ ਕੀਤਾ, ਤੇਰੇ ਰਾਹੀਂ ਮਸੀਹ ਮਨੁੱਖ ਬਣਿਆ। ਐ ਧੰਨ ਯੂਸਫ, ਸਾਨੂੰ ਆਪਣਾ ਬਾਪ ਵਾਲਾ ਪਿਆਰ ਦਿਖਾ ਅਤੇ ਜੀਵਨ ਦੇ ਰਾਹ ਤੇ ਸਾਡੀ ਅਗਵਾਈ ਕਰ। ਸਾਡੇ ਲਈ ਫਜ਼ਲ, ਦਇਆ ਅਤੇ ਦਲੇਰੀ ਹਾਸਲ ਕਰ ਅਤੇ ਹਰ ਤਰ੍ਹਾਂ ਦੀ ਬੁਰਾਈ ਤੋਂ ਸਾਨੂੰ ਬਚਾ ਕੇ ਰੱਖ। ਆਮੀਨ।
ਤੈਨੂੰ ਨੇ ਕੋਕਾਰੀ ਉੱਚਾ ਰੁਤਬਾ ਦਵਾਇਆ ਏ। ਤੈਨੂੰ ਨੇ ਕੋਕਾਰੀ ਉੱਚਾ ਰੁਤਬਾ ਦਵਾਇਆ ਏ। ਯਿਸੂ ਤੇਰੇ ਘਰ ਵਿੱਚ ਬੇਟਾ ਬਣ ਆਇਆ ਏ। ਯਿਸੂ ਤੇਰੇ ਘਰ ਵਿੱਚ ਬੇਟਾ ਬਣ ਆਇਆ ਏ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਹੱਥ ਫੜ ਯਿਸੂ ਨੂੰ ਤੂੰ ਤੁਰਨਾ ਸਿਖਾਇਆ ਏ। ਗੋਦ ਵਿੱਚ ਲੈ ਕੇ ਉਹਨੂੰ ਆਪਣੀ ਖਿਡਾਇਆ ਏ। ਹੱਥ ਫੜ ਯਿਸੂ ਨੂੰ ਤੂੰ ਤੁਰਨਾ ਸਿਖਾਇਆ ਏ। ਗੋਦ ਵਿੱਚ ਲੈ ਕੇ ਉਹਨੂੰ ਆਪਣੀ ਖਿਡਾਇਆ ਏ। ਨਾਲ ਸ਼ਫਕਤ ਉਹਨੂੰ ਗਲ ਨਾਲ ਲਾਇਆ ਏ। ਗਲ ਨਾਲ ਲਾਇਆ ਏ। ਗਲ ਨਾਲ ਲਾਇਆ ਏ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਪਾਕ ਖਾਨਦਾਨ ਦਾ ਤੂੰ ਦੁਨੀਆ ਤੇ ਰਾਖਾ ਸੀ। ਬਣਿਆ ਏ ਮੰਨ ਕੇ ਤੂੰ ਰੱਬ ਦਾ ਏ ਆਖਾ ਸੀ। ਪਾਕ ਖਾਨਦਾਨ ਦਾ ਤੂੰ ਦੁਨੀਆ ਤੇ ਰਾਖਾ ਸੀ। ਬਣਿਆ ਏ ਮੰਨ ਕੇ ਤੂੰ ਰੱਬ ਦਾ ਏ ਆਖਾ ਸੀ। ਮਰਜ਼ੀ ਤੇ ਰੱਬ ਦੀ ਤੂੰ ਸਿਰ ਨੂੰ ਝੁਕਾਇਆ ਏ। ਸਿਰ ਨੂੰ ਝੁਕਾਇਆ ਏ। ਸਿਰ ਨੂੰ ਝੁਕਾਇਆ ਏ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਮਿਹਨਤ ਕਸ਼ਾਂ ਦੇ ਲਈ ਬਣਿਆ ਮਿਸਾਲ ਤੂੰ। ਚੰਗੇ ਬਾਪ ਹੋਣ ਦਾ ਨਮੂਨਾ ਵੀ ਏ ਨਾਲ ਤੂੰ। ਮਿਹਨਤ ਕਸ਼ਾਂ ਦੇ ਲਈ ਬਣਿਆ ਮਿਸਾਲ ਤੂੰ। ਚੰਗੇ ਬਾਪ ਹੋਣ ਦਾ ਨਮੂਨਾ ਹੀ ਏ ਨਾਲ ਤੂੰ। ਰੱਬ ਨੇ ਮਿਸਾਲੀ ਤੈਨੂੰ ਜਗ ਤੇ ਬਣਾਇਆ ਏ। ਜਗ ਤੇ ਬਣਾਇਆ ਏ। ਜਗ ਤੇ ਬਣਾਇਆ ਏ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਐ ਯੂਸਫ ਪਿਆਰੇ ਯਿਸੂ ਨੂੰ ਪਾਲਣ ਵਾਲੇ। ਆਓ ਹੁਣ ਅਸੀਂ ਇਸ ਇਤਿਹਾਸਕ ਗਿਰਜੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ।
ਸੇਂਟ ਜੋਸਫ ਕੈਥੋਲਿਕ ਚਰਚ ਫਿਰੋਜ਼ਪੁਰ ਛਾਉਣੀ। ਜੇਕਰ ਅਸੀਂ ਜਾਣੀਏ ਤਾਂ ਇਸ ਸ਼ਹਿਰ ਦਾ ਨਾਮ ਫਿਰੋਜ਼ਪੁਰ ਸ਼ਹਿਨशाह ਫਿਰੋਜ਼ ਸ਼ਾਹ ਤੁਗਲਕ ਦੇ ਨਾਮ ਤੋਂ ਰੱਖਿਆ ਗਿਆ ਹੈ, ਜਿਸ ਨੇ ਲਗਭਗ 1360 ਈਸਵੀ ਦੇ ਵਿੱਚ ਇਸ ਸ਼ਹਿਰ ਨੂੰ ਵਸਾਇਆ ਸੀ। ਇਹ ਸ਼ਹਿਰ ਨਵੀਂ ਦਿੱਲੀ ਤੋਂ 370 ਕਿਲੋਮੀਟਰ ਦੂਰ ਪੱਛਮ ਅਤੇ ਪਾਕਿਸਤਾਨ ਦੱਖਣ ਤੋਂ 43 ਮੀਲ ਦੂਰ ਸਥਿਤ ਹੈ। ਫਿਰੋਜ਼ਪੁਰ ਅਤੇ ਜਲੰਧਰ ਦੋਵੇਂ ਜੁੜਵੇਂ ਸ਼ਹਿਰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਏ ਸਨ, ਜਿਸ ਦੇ ਸਿੱਟੇ ਵਜੋਂ ਇਹ ਉਸ ਸਮੇਂ ਦੇ ਪਹਿਲੇ ਧਰਮ ਪ੍ਰਚਾਰ ਕੇਂਦਰ ਬਣ ਗਏ। ਮਾਨਯੋਗ ਫਾਦਰ ਮੈਕਡੋਨਲਡ ਓਸੀ ਨੇ 1846 ਈਸਵੀ ਵਿੱਚ ਫਿਰੋਜ਼ਪੁਰ ਨੂੰ ਆਪਣਾ ਨਿਵਾਸ ਸਥਾਨ ਬਣਾਇਆ ਸੀ। ਸਨ 1849 ਵਿੱਚ ਮਾਨਯੋਗ ਫਾਦਰ ਕਫਾਰੀਅਲ ਐਸਪੀ ਨੇ ਇੱਕ ਛੋਟਾ ਗਿਰਜਾਘਰ ਉਸਾਰਿਆ, ਜਿਸ ਨੂੰ ਸਨ 1852 ਵਿੱਚ ਮਾਨਯੋਗ ਫਾਦਰ ਮਾਈਕਲ ਐਂਜਲੋ ਜੈਕੋਪਲਿਨ ਨੇ ਇਸ ਨੂੰ ਵੱਡੇ ਗਿਰਜਾਘਰ ਵਿੱਚ ਤਬਦੀਲ ਕੀਤਾ ਅਤੇ ਨਾਲ ਹੀ ਪੁਰੋਹਿਤਾਂ ਦੇ ਰਹਿਣ ਦੀ ਥਾਂ ਦੀ ਉਸਾਰੀ ਵੀ ਕਰਵਾਈ। ਪਰ ਸਨ 1857 ਦੇ ਸੈਨਿਕ ਵਿਦਰੋਹ ਵਿੱਚ ਇਸ ਨੂੰ ਢਾਹ ਦਿੱਤਾ ਗਿਆ ਸੀ। ਇੱਕ ਆਇਰਲੈਂਡ ਦੇ ਸ਼ਰਧਾਲੂ ਦੀ ਉਦਾਰਤਾ ਅਤੇ ਸਹਾਇਤਾ ਨਾਲ ਇਸ ਗਿਰਜਾਘਰ ਦੀ ਮੁੜ ਉਸਾਰੀ ਕੀਤੀ ਗਈ, ਪਰ ਇਸ ਨੂੰ ਸਨ 1880 ਵਿੱਚ ਇੰਜੀਨੀਅਰਾਂ ਦੀ ਕਮੇਟੀ ਦੇ ਹੁਕਮ ਨਾਲ ਗਿਰਾ ਦਿੱਤਾ ਗਿਆ। ਸਨ 1899 ਵਿੱਚ ਮਾਨਯੋਗ ਫਾਦਰ ਮੈਡਲੀਕੋਟ ਦੀ ਮੁੜ ਪ੍ਰਾਰਥਨਾ ਤੇ ਇਸ ਚਰਚ ਦੀ ਉਸਾਰੀ ਦੀ ਮਨਜ਼ੂਰੀ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਦਿੱਤੀ। ਇਸ ਦੀ ਬਰਕਤ ਸਨ 1890 ਵਿੱਚ ਲਾਹੌਰ ਦੇ ਅਤਿ ਸਤਿਕਾਰਯੋਗ ਬਿਸ਼ਪ ਡਾਕਟਰ ਸਿੰਫੋਰੀਅਨ ਮੋਇਡ OFM ਕੈਪ ਨੇ ਆਪਣੇ ਸ਼ੁਭ ਹੱਥਾਂ ਨਾਲ ਕੀਤੀ। ਇਸ ਚਰਚ ਨੂੰ ਧੰਨ ਕੁਆਰੀ ਮਰੀਅਮ ਅਤੇ ਸੰਤ ਜੋਸਫ ਨੂੰ ਸਮਰਪਿਤ ਕੀਤਾ ਗਿਆ। 1900 ਤੋਂ ਸੰਤ ਜੋਸਫ ਇਸ ਗਿਰਜਾਘਰ ਦਾ ਸਰਪ੍ਰਸਤ ਸੰਤ ਹੈ। ਇਹ ਜਲੰਧਰ ਡਾਇਓਸੀਸ ਵਿੱਚ ਇੱਕ ਬਹੁਤ ਹੀ ਖੂਬਸੂਰਤ ਅਤੇ ਵੱਡਾ ਚਰਚ ਹੈ। ਸਨ 1985 ਤੋਂ ਇਹ ਪੈਰਿਸ਼ CST ਜਮਾਤ ਦੇ ਫਾਦਰਾਂ ਦੀ ਨਿਗਰਾਨੀ ਵਿੱਚ ਸੀ। 27 ਜੁਲਾਈ 2020 ਦਿਨ ਸੋਮਵਾਰ ਨੂੰ ਸੰਤ ਜੋਸਫ ਕੈਥੋਲਿਕ ਚਰਚ ਫਿਰੋਜ਼ਪੁਰ ਛਾਉਣੀ ਦੀ ਜ਼ਿੰਮੇਵਾਰੀ ਜਲੰਧਰ ਡਾਇਓਸੀਸ ਦੇ ਫਾਦਰ ਸਹਿਬਾਨਾਂ ਨੂੰ ਦਿੱਤੀ ਗਈ। ਇਸ ਦੇ ਮੌਜੂਦਾ ਪੈਰਿਸ਼ ਪ੍ਰੀਸਟ ਮਾਲਵਾ ਰੀਜਨ ਦੇ ਐਪਿਸਕੋਪਲ ਵਿਕਰ ਮੌਨਸੀਨੀਅਰ ਮਾਈਕਲ ਐਨੀ ਹਨ। ਸੋ ਪਿਆਰੇ ਦਰਸ਼ਕੋ, ਅਸੀਂ ਮਿਲਾਂਗੇ ਸਾਡੇ ਬਹੁਤ ਹੀ ਪਿਆਰੇ ਫਾਦਰ ਮੌਨਸੀਨੀਅਰ ਮਾਈਕਲ ਐਨੀ ਜੀ ਦੇ ਨਾਲ ਤੇ ਜਾਣਾਂਗੇ ਇਸ ਚਰਚ ਦੇ ਇਤਿਹਾਸ ਦੇ ਬਾਰੇ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਚਰਚ ਸਭ ਤੋਂ ਪੁਰਾਣਾ ਕੈਥੋਲਿਕ ਚਰਚ ਹੈ ਸਾਡੇ ਇਸ ਪੰਜਾਬ ਦੇ ਵਿੱਚ। ਫਾਦਰ ਜੀ ਜੈ ਯਿਸੂ ਦੀ ਜੈ ਯਿਸੂ ਡੈਨਿਸ। ਤੇ ਇਸ ਚਰਚ ਦੇ ਬਾਰੇ ਕੁਝ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ। ਮੈਨੂੰ ਬਹੁਤ ਖੁਸ਼ੀ ਹੈ ਕਿ ਪ੍ਰਾਰਥਨਾ ਭਵਨ TV ਵੱਲੋਂ ਇੱਕ ਅਜਿਹਾ ਪ੍ਰੋਗਰਾਮ ਸ਼ੁਰੂ ਕਰ ਰਹੇ ਨੇ ਸਾਡੇ ਆਪਣੇ ਡਾਇਸਿਸ ਤੇ ਵੱਖ-ਵੱਖ ਗਿਰਜਾਘਰਾਂ ਦੇ ਬਾਬਤ, ਵਿਸ਼ੇਸ਼ ਤੌਰ ਤੇ ਇਸ ਗੋਲਡਨ ਜੁਬਲੀ ਸਾਲ ਦੇ ਖਾਸ ਮੌਕੇ ਤੇ। ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ 175 ਸਾਲ ਪਹਿਲੇ ਜੀ ਫਿਰੋਜ਼ਪੁਰ ਛਾਉਣੀ ਦੇ ਵਿੱਚ ਪੰਜਾਬ ਦਾ ਪਹਿਲਾ ਗਿਰਜਾਘਰ ਦਾ ਕੰਮ ਸ਼ੁਰੂ ਹੋਇਆ। ਜੀ ਪਹਿਲਾ ਮਿਸ਼ਨਰੀ 1845 ਦੇ ਵਿੱਚ ਜੀ ਲਾਹੌਰ ਨੂੰ ਜਾਂਦੇ ਰਾਹ 'ਤੇ ਇਸ ਫਿਰੋਜ਼ਪੁਰ ਇਲਾਕੇ ਦੇ ਵਿੱਚ ਆਇਆ। ਪਰ ਮੁਦਖੀ ਦੇ ਵਿੱਚ ਐਂਗਲੋ ਸਿੱਖ ਯੁੱਧ ਦੇ ਦੌਰਾਨ ਜੀ ਸ਼ਹੀਦ ਹੋਇਆ। ਉਹਦਾ ਸ਼ਹੀਦੀ ਸਥਾਨ ਜਲੰਧਰ ਡਾਇਸਿਸ ਵੱਲੋਂ 18 ਦਸੰਬਰ 2020 ਨੂੰ ਉਹਦਾ 175ਵੀਂ ਵਰਸੀ ਤੇ ਉਦਘਾਟਨ ਵੀ ਕੀਤਾ। ਇਹ ਖੁਸ਼ੀ ਦੀ ਗੱਲ ਹੈ। ਜੀ 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 ਪਰ 1844 ਦੇ ਵਿੱਚ ਜੀ ਫਿਰੋਜ਼ਪੁਰ ਛਾਉਣੀ ਦੇ ਵਿੱਚ ਪੁਰੋਹਿਤ ਕੈਥੋਲਿਕ ਮਿਸ਼ਨਰੀ ਦਾ ਰਹੱਸ ਸ਼ੁਰੂ ਹੋਇਆ। ਜੀ 1847 ਦੇ ਵਿੱਚ ਕਰੀਬਨ ਆਜ਼ਾਦੀ ਤੋਂ 100 ਸਾਲ ਪਹਿਲੇ ਜੀ 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 ਇੱਥੇ ਗਿਰਜਾਘਰ ਦਾ ਉਸਾਰੀ ਦਾ ਕੰਮ ਸ਼ੁਰੂ ਹੋਇਆ। ਜੀ 1852 ਦੇ ਵਿੱਚ ਫਾਦਰ ਮਾਈਕਲ ਐਂਜਲੋ ਦੇ ਰਾਹੀਂ ਪਹਿਲਾ ਗਿਰਜਾਘਰ ਉਸਾਰਿਆ ਗਿਆ। ਜੀ ਜੀ ਪਰ
ਸਿਪਾਹੀ ਗਦਰ ਦੇ ਮੌਕੇ ਤੇ ਯਾਨੀ 1857 ਦੇ ਵਿੱਚ 1857 ਹਾਂਜੀ ਜਦੋਂ ਸਿਪਾਹੀ ਗਦਰ ਹੋਇਆ ਉਸ ਸਮਾਂ ਇੱਥੋਂ ਦਾ ਗਿਰਜਕਰ ਅਤੇ ਪੁਰੋਹਿਤਾਂ ਦਾ ਰੈਜ਼ੀਡੈਂਸ ਨੂੰ ਵੀ ਸਾੜ ਦਿੱਤਾ ਗਿਆ। ਜੀ ਜੀ ਉਹਦੇ ਬਾਅਦ ਉਸੇ ਸਾਲ ਨਵਾਂ ਗਿਰਜਕਰ ਉਸਾਰਿਆ ਗਿਆ ਜੀ ਪਰ ਮਿਲਟਰੀ ਇੰਜੀਨੀਅਰਾਂ ਦਾ ਵਿਚਾਰ ਇਹ ਸੀ ਕਿ ਉਹ ਗਿਰਜਕਰ ਉਹਨਾਂ ਮਜ਼ਬੂਤ ਨਹੀਂ ਹੈ, ਇਸ ਲਈ ਉਹ ਗਿਰਜਕਰ ਹਟਾਇਆ ਗਿਆ ਠੀਕ ਹੈ ਔਰ 1880 ਦੇ ਵਿੱਚ ਦੁਆਰਾ ਗਿਰਜਕਰ ਦਾ ਉਸਾਰੀ ਦਾ ਕੰਮ ਸ਼ੁਰੂ ਹੋਇਆ। ਜੀ ਜੀ 1882 ਦੇ ਵਿੱਚ ਸ਼ੁਰੂ ਕਰਨ ਵਾਲਾ ਕੰਮ 1890 ਦੇ ਵਿੱਚ ਉਹ ਹੀ ਫਾਦਰ ਮਾਈਕਲ ਐਂਜਲੋ ਨੇ ਦੂਸਰਾ ਗਿਰਜਕਰ ਦਾ ਉਸਾਰੀ ਮੁਕੰਮਲ ਕੀਤਾ ਜੀ ਔਰ ਲਾਹੌਰ ਦਾ ਪਹਿਲਾ ਬਿਸ਼ਪ ਹਾਂਜੀ ਸਿੰਫੋਰੀਅਨ ਮੁਰਾਦੀ ਨੇ ਉਸ ਗਿਰਜਕਰ ਨੂੰ ਮਖਸੂਸੀਅਤ ਕੀਤਾ। ਇੱਥੇ ਗਿਰਜਕਰ ਦਾ ਸ਼ੁਰੂਆਤ ਹੋਈ। ਸ਼ੁਰੂਆਤ ਹੋਈ ਹਾਂਜੀ ਇਹ ਜਿਹੜਾ ਗਿਰਜਕਰ ਦਾ ਉਦਘਾਟਨ 1890 ਦੇ ਵਿੱਚ ਠੀਕ ਹੈ ਜੀ ਜਦੋਂ ਮਸਾਂ ਇਸ ਗਿਰਜਕਰ ਦੇ ਇਤਿਹਾਸ ਨੂੰ ਵੇਖਦਾ ਇਹ ਪੂਰਾ ਫਿਰੋਜ਼ਪੁਰ ਜਾਂ ਮਾਲਵਾ ਜ਼ੋਨ ਦਾ ਜਾਂ ਰੀਜਨ ਦਾ ਮਦਰ ਗਿਰਜਾ ਆਖ ਸਕਦਾ ਜੀ ਕਿਉਂਕਿ ਇਸ ਗਿਰਜਕਰ ਤੋਂ ਸੇਵਾ ਦਾ ਕੰਮ ਪੂਰਾ ਮਾਲਵਾ ਰੀਜਨ ਦੇ ਵਿੱਚ ਜਾਰੀ ਰਿਹਾ। ਜੀ ਔਰ ਤੁਹਾਡੀ ਜਾਣਕਾਰੀ ਲਈ ਹਾਂਜੀ ਕੈਥਲਿਕ ਮਿਸ਼ਨਰੀਆਂ ਲਈ ਸਿਰਫ ਕੈਥਲਿਕ ਫੌਜੀ ਦਾ ਸੇਵਾ ਕਰਨਾ, ਕੋਈ ਪਿੰਡਾਂ ਵਿੱਚ ਜਾਣਾ, ਪ੍ਰਚਾਰ ਕਰਨਾ ਮਨਾ ਸੀ। ਜੀ 1932 ਤੱਕ ਜੀ ਕੋਈ ਵੀ ਕੈਥਲਿਕ ਮਿਸ਼ਨਰੀ ਪਿੰਡਾਂ ਵਿੱਚ ਜਾਣਾ ਮਨਾ ਕੀਤਾ ਗਿਆ ਸੀ, ਜੀ ਪ੍ਰਚਾਰ ਦਾ ਕੰਮ ਨਹੀਂ ਚੱਲ ਰਿਹਾ ਸੀ। ਨਹੀਂ ਚੱਲ ਸਕਦੇ ਸੀ। ਜੀ ਜੀ 1935 ਤੋਂ ਸੱਚਮੁੱਚ ਇੱਥੇ ਫਿਰੋਜ਼ਪੁਰ ਛਾਉਣੀ ਦੇ ਵਿੱਚ ਪਹਿਲਾ ਪੈਰਿਸ਼ ਪ੍ਰੀਸਟ ਨਿਯੁਕਤ ਹੋਇਆ ਜੀ ਔਰ ਇੱਕ ਪ੍ਰਚਾਰ ਦਾ ਕੰਮ ਸ਼ੁਰੂ ਹੋਇਆ। ਜੀ ਜੀ 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਉਸ ਸਮਾਂ ਇਸ ਪੈਰਿਸ਼ ਦੇ ਥੱਲੇ 3000 ਕੈਥਲਿਕ ਵਿਸ਼ਵਾਸੀ ਸਨ। ਉਹਨਾਂ ਕੈਥਲਿਕ ਵਿਸ਼ਵਾਸੀ ਕਰੀਬਨ 130 ਪਿੰਡਾਂ ਵਿੱਚ ਜੀ ਵਾਸ ਕਰਦੇ ਸਨ ਜੀ ਜੀ ਔਰ ਆਜ਼ਾਦੀ ਦਾ ਸਮਾਂ ਤਾਂ ਹਾਲਤ ਹੋਈ ਸੀ। ਪਰ ਅੱਜ ਇਸ ਗਿਰਜਕਰ ਤੋਂ ਇਸ ਪੈਰਿਸ਼ ਤੋਂ ਕਰੀਬਨ 3 ਡੀਨਰੀ ਬਣ ਚੁੱਕਾ ਹੈ ਜੀ ਜੀ और 33 पैरिश बन चुका है। नाले करीबन 20,000 कैथलिक इस मालवा रीजन ਦੇ ਵਿੱਚ ਹੁਣ ਮੌਜੂਦ ਹੈ। ਜੀ 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 तो इसलिए ये गिरजाघर ਨੂੰ ਇੱਕ ਮਦਰ ਗਿਰਜਾ ਆਖ ਸਕਦਾ। ਜੀ 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 ਫਾਦਰ ਜੀ ਤੁਸੀਂ ਮੇਰੇ ਖਿਆਲ ਦੇ ਵਿੱਚ ਸ਼ਾਇਦ ਬਹੁਤ ਸਾਰੇ ਲੋਕ ਜੋ ਹੈ ਉਹ ਪਾਰਟੀਸ਼ਨ ਦੇ ਟਾਈਮ 'ਚ ਇੱਥੋਂ ਪਾਕਿਸਤਾਨ ਦੇ ਰੀਜਨ 'ਚ ਵੀ ਚਲੇ ਗਏ ਹੋਣਗੇ। ਨੈਚੁਰਲੀ ਗੱਲ ਹੈ ਕਿ ਜਦੋਂ ਪਾਰਟੀਸ਼ਨ ਹੋਇਆ ਤੇ ਵੰਡ ਤਾਂ ਹੋਈ ਹੈ, ਕੁਝ ਲੋਕ ਉਧਰ ਚਲੇ ਗਏ ਹੋਣੇ ਤੇ ਉਸ ਦੇ ਇਲਾਵਾ ਉਸ ਤੋਂ ਬਾਅਦ ਵੀ ਮਤਲਬ ਸਾਡਾ ਜਿਹੜਾ ਇਹ ਗਿਰਜਾ ਘਰ ਹੁਣ ਤੱਕ ਇੱਥੇ 20,000 ਲੋਕ ਸਾਡੇ ਆਜ਼ਾਦੀ ਦੇ ਸਮਾਂ ਫਿਰੋਜ਼ਪੁਰ ਚਰਚ ਅਨਾਥ ਬਣਿਆ ਸੀ ਜੀ ਨਾ ਪੰਜਾਬ ਦੇ ਵਿੱਚ ਕੋਈ ਡਾਇਸਿਸ ਸੀ ਜੀ ਡਾਇਸਿਸ ਤੋਂ ਅਦੇ ਬਿਸ਼ਪ ਸਾਹਿਬ ਤੋਂ ਲਾਹੌਰ ਹੁੰਦਾ ਸੀ ਔਰ ਇਸ ਲਈ ਆਜ਼ਾਦੀ ਤੋਂ ਬਾਅਦ 1948 ਦੇ ਵਿੱਚ ਭਾਰਤ ਸਰਕਾਰ ਨੇ ਇਸ ਗਿਰਜਾਘਰ ਦੀ ਜ਼ਿੰਮੇਵਾਰੀ ਲਾਹੌਰ ਦਾ ਬਿਸ਼ਪ ਨੂੰ ਸੌਂਪ ਦਿੱਤਾ ਕਿਉਂਕਿ ਇੱਥੇ ਕੋਈ ਬਿਸ਼ਪ ਨਹੀਂ ਸੀ ਜੀ ਜੀ ਜ਼ਿੰਮੇਵਾਰ ਕੋਈ ਨਹੀਂ ਸੀ 1952 ਦੇ ਵਿੱਚ ਸਾਨੂੰ ਜਲੰਧਰ ਦੇ ਪ੍ਰੀਫੈਕਚਰ ਦਾ ਹੋਂਦ ਵਿੱਚ ਆਉਣ ਤੋਂ ਇੱਕ ਨਵਾਂ ਡਾਇਸਿਸ ਦਾ ਸ਼ੁਰੂਆਤ ਹੋਇਆ ਜੀ ਜੀ ਤਬ ਤੱਕ ਪਾਕਿਸਤਾਨ ਦੇ ਲਾਹੌਰ ਦੇ ਨਾਲ ਇਹ ਸਾਰੇ ਪੰਜਾਬ ਜੁੜਿਆ ਹੋਇਆ ਸੀ। ਹਾਂਜੀ
ਇਹ ਬਹੁਤ ਹੀ ਵੱਡੀ ਔਰ ਵਡਮੁੱਲੀ ਜਾਣਕਾਰੀ ਫਾਦਰ ਜੀ ਤੁਹਾਡੇ ਤੋਂ ਸਾਨੂੰ ਮਿਲ ਰਹੀ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਸਾਡੇ ਕ੍ਰਿਸਚੀਅਨ ਕਮਿਊਨਿਟੀ ਦਾ ਜਾਂ ਸਾਡੇ ਕੈਥੋਲਿਕ ਪਰਿਵਾਰ ਜੋ ਹੈ ਉਹ ਲਾਹੌਰ ਡਾਇਸਿਸ ਨਾਲ ਜੁੜੇ ਰਹੇ ਔਰ ਇਹ ਗਿਰਜਾ ਘਰ ਵੀ ਲਾਹੌਰ ਡਾਇਸਿਸ ਦੀ ਛਤਰ ਛਾਇਆ ਥੱਲੇ ਚੱਲਦਾ ਰਿਹਾ। ਤੇ 1952 ਦੇ ਵਿੱਚ ਸਾਡੇ ਪਹਿਲੇ ਪ੍ਰੋਫੈਸਰ ਜੋ ਹੈ ਉਹ ਇੱਥੇ ਸਥਾਪਿਤ ਕੀਤੇ ਗਏ ਆਏ ਤੇ ਉਹਨਾਂ ਤੋਂ ਫਿਰ ਜੋ ਸਾਡੀ ਜਲੰਧਰ ਡਾਇਸਿਸ ਵੱਲ ਨੂੰ ਕਦਮ ਚੱਲਿਆ। ਤੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਲੰਧਰ ਡਾਇਸਿਸ ਦੇ ਹੋਣ ਤੋਂ ਪਹਿਲਾਂ ਸਾਡਾ ਜੋ ਗਿਰਜਾ ਘਰ ਹੈ ਉਹ ਕਿਸ ਡਾਇਸਿਸ ਦੇ ਨਾਲ ਕਨੈਕਟ ਹੋਇਆ ਹੈ? ਲਾਹੌਰ ਡਾਇਸਿਸ ਦੇ ਨਾਲ। ਪਾਕਿਸਤਾਨ ਤੇ ਲਾਹੌਰ ਡਾਇਸਿਸ ਜੀ ਲਾਹੌਰ ਡਾਇਸਿਸ ਵੀ ਆਗਰਾ ਤੋਂ ਨਿਕਲਾ ਹੈ। ਜੀ 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 ਅੱਛਾ ਅੱਛਾ ਆਗਰਾ ਡਾਇਸਿਸ ਤੋਂ ਇਸ ਗਿਰਜਾਘਰ ਦਾ ਸ਼ੁਰੂਆਤ ਹੋਇਆ। ਜੀ 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 ਮਤਲਬ ਜਦੋਂ ਲਾਹੌਰ ਡਾਇਸਿਸ ਤੋਂ ਸੀ ਲਾਹੌਰ ਬਣਨ ਤੋਂ ਪਹਿਲੇ ਜੀ ਇਹ ਗਿਰਜਾਘਰ ਆਗਰਾ ਦੇ ਥੱਲੇ ਹਾਂਜੀ। 1847 ਦੇ ਵਿੱਚ ਜੀ 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 ਉਦੋਂ ਬਿਸ਼ਪ ਬੋਰਗੀ ਦੇ ਸਮਾਂ ਜੀ ਇਸ ਗਿਰਜਾਘਰ ਦਾ ਸ਼ੁਰੂਆਤ ਹੋਇਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਜਦੋਂ 1952 ਤੋਂ ਫਿਰ ਸਾਡੇ ਆਪਣੇ ਪ੍ਰੋਫੈਸਰ ਜੋ ਹੈ 1952 ਤੋਂ ਸਾਡਾ ਆਪਣਾ ਪ੍ਰੋਫੈਸਰ ਬਣਿਆ ਜੀ। ਔਰ ਇਸ ਫਿਰੋਜ਼ਪੁਰ ਦੇ ਵਿੱਚ ਕੰਮ ਸ਼ੁਰੂ ਵੀ ਹੋਇਆ ਜੀ। ਸੋ ਫਾਦਰ ਜੀ ਇਹ ਤੁਸੀਂ ਚਰਚ ਦੇ ਇਤਿਹਾਸ ਦੇ ਬਾਰੇ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਤੇ ਥੋੜਾ ਜਿਹਾ ਫਿਰੋਜ਼ਪੁਰ ਦੇ ਬਾਰੇ ਵੀ, ਕਿਉਂਕਿ ਇਤਿਹਾਸਿਕ ਚਰਚ ਹੈ ਤੇ ਨੈਚੁਰਲੀ ਗੱਲ ਹੈ ਕਿ ਇਤਿਹਾਸਿਕ ਸ਼ਹਿਰ ਵੀ ਹੈ ਜਿਸ ਸ਼ਹਿਰ ਨੂੰ ਸ਼ਹੀਦਾਂ ਦੀ ਧਰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਕਿ ਸਾਡੇ ਸਾਰੇ ਦਰਸ਼ਕ ਜਾਣਦੇ ਆ ਕਿ ਭਗਤ ਸਿੰਘ, ਰਾਜਗੁਰੂ ਔਰ ਸੁਖਦੇਵ ਦੀਆਂ ਸਮਾਧੀਆਂ ਵੀ ਬਾਰਡਰ ਦੇ ਉੱਤੇ ਮੌਜੂਦ ਹਨ। ਇਸ ਸ਼ਹਿਰ ਦੇ ਬਾਰੇ ਵੀ ਕੁਝ ਚਾਨਣਾ ਪਾਓ ਤਾਂ ਕਿ ਸਾਡੇ ਦਰਸ਼ਕ ਇਸ ਸ਼ਹਿਰ ਬਾਰੇ ਵੀ ਜਾਣ ਸਕਣ। ਫਿਰੋਜ਼ਪੁਰ ਨਾਮ ਮੌਜੂਦਾ ਸਮੇਂ ਦੇ ਵਿੱਚ ਫਿਰੋਜ਼ਪੁਰ ਮੰਨਿਆ ਜਾਂਦਾ ਜੀ। ਇਹ ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਤੋਂ ਆਇਆ ਹੈ ਜਿਸਨੇ 1360 ਦੇ ਕਰੀਬਨ ਇਹ ਸ਼ਹਿਰ ਦਾ ਸਥਾਪਨਾ ਕੀਤੀ ਜੀ। ਔਰ ਇਹ ਸ਼ਬਦ ਫਿਰੋਜ਼ ਦਾ ਮਤਲਬ ਹੈ ਚਮਕਣਾ। ਚਮਕਣਾ। ਇਹ ਸ਼ਹਿਰ ਸੱਚਮੁੱਚ ਇਸ ਇਲਾਕੇ ਦੇ ਵਿੱਚ ਚਮਕਣ ਵਾਲਾ ਇੱਕ ਸ਼ਹਿਰ ਮੰਨਿਆ ਹੋ ਜਾਂਦਾ ਸੀ। ਜੀ ਜੀ। ਅੱਜ ਇਹ ਸ਼ਹਿਰ ਸ਼ਹੀਦਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਜਾਂਦਾ। ਜੀ। ਇਸ ਸ਼ਹਿਰ ਦੇ ਆਲੇ ਦੁਆਲੇ ਬਹੁਤ ਸਾਰੇ ਵੱਡੇ ਸ਼ਹਿਰ ਵੀ ਹੁੰਦੇ ਨੇ, ਜਿੱਦਾਂ ਉੱਤਰ ਭਾਗ ਦੇ ਵਿੱਚ ਅੰਮ੍ਰਿਤਸਰ ਹੈ, दक्षिण विच फरीदकोट है, पूर्व में लुधियाना है और पश्चिम में सानू पता कि कसूर शहर पाकिस्तान दे विच है। तो ये इन्हां चार महान शहरां दे नाल घिरिया होया एक शहर है फिरोजपुर। और अंग्रेजों का कब्जा सब तो पहले फिरोजपुर शहर नूं होया। पंजाब दे विच सब तो पहला उन्हें ये फिरोजपुर नूं कब्जा किया। अगे 5 साल इत्ते लड़ाई चलता रहा, चाहे फिरोज शाह दा लड़ाई हो, मुदखी दा लड़ाई हो, या सबराओ पाकिस्तान दा हो, या अलीवाल दा हो, ये सारे जंग करीबन 5 साल चलता रहा। उहदे बाद अंग्रेजियों ने ਸਿੱਖਾਂ ਨੂੰ ਹਰਾ ਕੇ ਸ਼ਹਿਰ ਤੇ ਕਬਜ਼ਾ ਕੀਤਾ। ਸੋ ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਵੱਡੀ, ਬਹੁਤ ਹੀ ਅੱਛੀ ਜਾਣਕਾਰੀ, ਬੜੀ ਵੱਡਮੁੱਲੀ ਜਾਣਕਾਰੀ, ਪੁਰਾਣੀ ਜਾਣਕਾਰੀ ਸਾਨੂੰ ਫਾਦਰ ਜੀ ਵੱਲੋਂ ਮਿਲੀ ਹੈ ਔਰ ਇਸ ਚਰਚ ਦੇ ਬਾਰੇ ਵੀ ਅਸੀਂ ਬਹੁਤ ਕੁਝ ਜਾਣ ਚੁੱਕੇ ਹਾਂ। ਸੋ ਅੱਗੇ ਅਸੀਂ ਗੱਲ ਕਰਾਂਗੇ ਫਾਦਰ ਜੀ ਦੇ ਬਾਰੇ, ਕਿਉਂਕਿ ਫਾਦਰ ਜੀ ਦੇ ਕੁਝ ਪਲੈਨਿੰਗ ਵੀ ਹੋਣਗੇ। ਮੋਨਸੀਨਰ ਮਾਈਕਲ ਐਨੀ ਜੀ, ਜਿਸ ਤਰ੍ਹਾਂ ਕਿ ਅਸੀਂ ਇਹਨਾਂ ਦੀ ਸ਼ਖਸੀਅਤ ਬਾਰੇ ਜਾਣਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਈਸਾਈਅਤ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਫਾਦਰ ਜੀ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਔਰ ਚਾਹੇ ਉਹ ਮਾਝਾ ਹੋਵੇ ਜਾਂ ਦੁਆਬਾ ਹੋਵੇ ਜਾਂ ਫਿਰ ਹੁਣ ਮਾਲਵਾ ਹੋਵੇ, ਫਾਦਰ ਜੀ ਹਮੇਸ਼ਾ ਇੱਕ ਸਿਪਾਹੀ ਦੀ ਤਰ੍ਹਾਂ ਜੰਗ ਦੇ ਮੈਦਾਨ 'ਚ ਪ੍ਰਭੂ ਯਿਸੂ ਮਸੀਹ ਦੇ ਪ੍ਰਚਾਰ ਨੂੰ ਫੈਲਾਉਣ ਦੇ ਵਿੱਚ ਸਭ ਤੋਂ ਅੱਗੇ ਵੱਡਾ ਹਿੱਸਾ ਯੋਗਦਾਨ ਦਿੰਦੇ ਆ ਰਹੇ ਤੇ ਸਭ ਤੋਂ ਅੱਗੇ ਖੜੇ ਹੋ ਕੇ ਇਸ ਜੰਗ ਦੇ ਵਿੱਚ ਸ਼ਾਮਲ ਹੁੰਦੇ ਆ। ਸੋ ਹੁਣ ਫਾਦਰ ਜੀ ਇਸ ਮਾਲਵੇ ਰੀਜਨ ਦੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਐਜ਼ ਅ ਪੈਰਿਸ਼ ਪ੍ਰੀਸਟ ਇੱਥੇ ਪਹੁੰਚੇ ਆ ਤੇ ਫਾਦਰ ਜੀ ਕੁਝ ਤੁਹਾਡੀਆਂ ਫਿਊਚਰ ਪਲੈਨਿੰਗਸ ਵੀ ਹੋਣਗੀਆਂ ਇਸ ਗਿਰਜਾ ਘਰ ਦੇ ਬਾਰੇ ਤੇ ਇਸ ਸਾਡੀ ਇਸ ਕਲੀਸਿਆ ਜੋ ਇੱਥੇ ਮਾਲਵੇ ਦੀ ਕਲੀਸਿਆ
ਉਹਦੇ ਵਿੱਚ ਹੋਰ ਜ਼ਿਆਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਫੈਲਾਉਣ ਤੇ ਪ੍ਰਭੂ ਯਿਸੂ ਮਸੀਹ ਦੇ ਸ਼ੁਭ ਸੰਦੇਸ਼ ਨੂੰ ਸਾਡੇ ਇਹਨਾਂ ਲੋਕਾਂ ਦੇ ਵਿੱਚ, ਮਾਲਵਾ ਰੀਜਨ ਦੇ ਲੋਕਾਂ ਵਿੱਚ ਫੈਲਾਉਣ ਦੇ ਲਈ ਕੁਝ ਤੁਹਾਡੀਆਂ ਫਿਊਚਰ ਪਲੈਨਿੰਗਸ ਹੋਣਗੀਆਂ, ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ। ਇਹ ਖੁਸ਼ੀ ਦੀ ਗੱਲ ਹੈ ਕਿ 175 ਸਾਲ ਪਹਿਲੇ ਪੰਜਾਬ ਦੇ ਗਿਰਜਾਘਰਾਂ ਦੇ ਵਿੱਚੋਂ ਸੰਤ ਯੂਸਫ ਨੂੰ ਸਮਰਪਿਤ ਪਹਿਲਾ ਗਿਰਜਾਘਰ ਫਿਰੋਜ਼ਪੁਰ ਦੇ ਵਿੱਚ ਬਣਿਆ। यानी फिरोजपुर छावनी का इस गिरजाघर है पहला गिरजाघर है जो संत यूसुफ ਨੂੰ समर्पित है। ये संत यूसुफ ਨੂੰ समर्पित साल है। ਸਮੁੱਚੇ ਕਲੀਸਿया ਦਾ ਸਰਪ੍ਰਸਤ ਵਜੋਂ ਸੰਤ ਯੂਸੁਫ ਨੂੰ ਮੰਨਿਆ ਜਾਂਦਾ ਔਰ ਉਹਨੂੰ ਸਮੁੱਚੇ ਕਲੀਸਿया ਦਾ ਸਰਪ੍ਰਸਤ ਘੋਸ਼ਿਤ ਕਰਨ ਦਾ 150 यानी 150 ਸਾਲ पूरा होने दा खुशी के मौके ते ये साल नू संत यूसुफ ने समर्पित साल ऐलाना गया। बीते दिन 19 मार्च संत यूसुफ का त्यौहार, इस गिरजाघर का भी त्यौहार है। उस दिन साढ़े जलंधर डायसिस के बिशप एग्नेलो ग्रेशियस वालों संत यूसुफ का साल का शुरुआत भी किया और रसूली संचालक वालों ये साल नू ऐलान करते हुए वक्-वक् योजनावां प्रोग्राम भी इत्थे ऐलाना है। और बीते दिनों विच डायसिस दा स्वर्ण जुबली दा मौके ते नौजवानों वालों जारी किया एक प्रोग्राम जुबली क्रॉस इस इलाके दे विच आई सी। और करीबन एक हफ्ता 10-12 दिन इत्थे रहा और हुण कल वो जड़ा सलीब मुक्तसर डीनरी नू विदा हो गया और ये सिलसिला चलता रहेगा। फिरोजपुर छावनी तो जलंधर छावनी दे विच ओदा समाप्ति होएगा। वो प्रोग्राम चल रहे हैं जो शुरू हो गई है ते जलंधर छावनी तक जाएगा। पूरा पंजाब और हिमाचल घूम के उत्थे पहुंचना है। जी जी इस तो अलावा ये जुबली साल 2 जुबली है। एक तो डायसिस का स्वर्ण जुबली, दूसरा तो संत यूसुफ का साल का जशन। ये दोवें प्रोग्राम नू मनाउण लई डायसिस वालों बहुत सारे योजना बना रहे। डायसिस वालों जो भी प्रोग्राम बनाउंदे ने उन्होंने लागू करन लई असी वध चढ़ के कोशिश करांगे। मेरा कोई प्रोग्राम नहीं, प्रोग्राम जो भी है डायसिस का प्रोग्राम है वो प्रोग्राम नू चलाउणा ये मेरा काम है। दूसरी गल है अंजीलीकरण का काम मेरा काम नहीं, अंजीलीकरण करन और किसी का नहीं, पवित्र आत्मा का काम है। पवित्र आत्मा है अंजीलीकरण का एजेंट। असा सारे जो भी वो इशारा दिंदा उस मुताबिक चलन वाला है और कोई प्रोग्राम नहीं है। जो प्रोग्राम आउंदे ने वो असी उन्होंने वध चढ़ के योगदान पाउंदा। तो मैनू खुशी है कि फिरोजपुर छावनी दे इलाके दे लोग विश्वास दे विच बहुत मजबूत है
ਔਰ ਇਹਨਾਂ ਲੱਗੇ ਪਿੰਡਾਂ ਵਿੱਚ ਵੀ ਕੈਥਲਿਕ ਕਲੀਸਿਆ ਦੇ ਪ੍ਰਚਾਰ ਚੱਲ ਰਹੇ ਨੇ। ਇੱਥੋਂ ਕਰੀਬਨ 12 ਕਿਲੋਮੀਟਰ ਦੂਰ ਹੈ ਬਦਨੀ ਮਨ ਸਿੰਘ ਵਾਲਾ ਦੇ ਵਿੱਚ ਇੱਕ ਨਵਾਂ ਪੈਰਿਸ਼ ਉਸਾਰਨ ਦਾ ਪ੍ਰੋਗਰਾਮ ਅਸੀਂ ਕੀਤਾ। ਮਹਾਫਰਿਸ਼ਤੇ ਸੰਤ ਮਿਖਾਇਲ ਨੂੰ ਸਮਰਪਿਤ ਬਦਨੀ ਮਹਾਫਰਿਸ਼ਤਾ ਵਾਲਾ ਨਾਮ ਲੈ ਕੇ ਅਸੀਂ ਉਹ ਸਟੇਸ਼ਨ ਉਹ ਪੈਰਿਸ਼ ਸ਼ੁਰੂ ਕਰ ਰਹੇ ਨੇ। ਇੱਕ ਗਿਰਜਾਘਰ ਦਾ ਉਸਾਰੀ ਦਾ ਕੰਮ ਵੀ ਚੱਲ ਰਹੇ ਨੇ। ਉੱਤੇ ਹਰ ਇਤਵਾਰ ਹੁਣ ਬੰਦ ਵੀ ਸ਼ੁਰੂ ਹੋ ਗਿਆ। ਤਾਂ ਆਉਣ ਵਾਲੇ ਦਿਨ ਸਮੇਂ ਦੇ ਵਿੱਚ ਉਹ ਵੀ ਇੱਕ ਵੱਖਰਾ ਪੈਰਿਸ਼ ਬਣ ਜਾਏਗਾ। तो काम तो चल रहे ने। मसीह तालीम ਦਾ ਪ੍ਰਚਾਰ, ਵਿਸ਼ਵਾਸ ਦਾ ਮਜ਼ਬੂਤੀ ਲਈ ਵੱਖ-ਵੱਖ ਯੋਜਨਾਵਾਂ ਇੱਥੇ ਵੀ ਪਿੰਡਾਂ ਵਿੱਚ ਵੀ ਸਭ ਚੱਲ ਰਹੇ ਨੇ। ਪ੍ਰਭੂ ਆਪਣਾ ਕੰਮ ਕਰ ਰਿਹਾ, ਅਸੀਂ ਤਾਂ ਉਹਦਾ ਸਾਧਨ ਬਣ ਕੇ ਆਪਣਾ ਯੋਗਦਾਨ ਪਾ ਰਹੇ ਹਾਂ। ਸੋ ਫਾਦਰ ਜੀ, ਤੁਹਾਨੂੰ ਡਾਇਸਿਸ ਨੇ ਇੱਕ ਬਹੁਤ ਵੱਡਾ ਅਹੁਦਾ ਦੇ ਕੇ ਨਵਾਜ਼ਿਆ ਹੈ। ਮਾਲਵਾ ਰੀਜਨ ਦਾ ਐਪਿਸਕੋਪਲ ਵਿਕਰ ਦੇ ਤੌਰ ਤੇ ਤੁਸੀਂ ਇੱਥੇ ਆਏ ਹੋ ਤੇ ਕੁਝ ਆਪਣਾ ਫਿਊਚਰ ਪਲਾਨ ਇਸ ਐਜ਼ ਅ ਐਪਿਸਕੋਪਲ ਵਿਕਰ ਦੇ ਤੌਰ ਤੇ ਤੁਸੀਂ ਕੀ ਅੱਗੇ ਕਰਨਾ ਚਾਹੁੰਦੇ ਹੋ ਇਸ ਰੀਜਨ ਦੇ ਵਿੱਚ? ਇਹ ਸੱਚ ਹੈ ਕਿ ਡਾਇਸਿਸ ਵੱਲੋਂ ਮੈਨੂੰ ਸਭ ਤੋਂ ਪਹਿਲੇ ਫਿਰੋਜ਼ਪੁਰ ਛਾਉਣੀ ਦਾ ਪੈਰਿਸ਼ ਪ੍ਰੀਸਟ ਔਰ ਫਿਰੋਜ਼ਪੁਰ ਦਾ ਡੀਨਰੀ ਦਾ ਡੀਨ ਨਾਲੇ ਮਾਲਵਾ ਰੀਜਨ ਦੇ ਐਪਿਸਕੋਪਲ ਵਿਕਰ ਦੇ ਅਹੁਦਾ ਦੇ ਕੇ ਇੱਥੇ ਲਿਆ ਔਰ ਬਿੱਤੇ ਕਰੀਬਨ 6-7 महीने तो या करीबन 8 महीना तो वो काम जारी है। और मैंने ये वेख्या कि ਮਸੀਹੀ ਪ੍ਰਚਾਰ ਅੰਜੀਲੀਕਰਨ ਦਾ ਕੰਮ ਦੇ ਵਿੱਚ ਇਸ ਇਲਾਕੇ ਦੇ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਕਿਉਂਕਿ ਪਵਿੱਤਰ ਆਤਮਾ ਦਾ ਕੰਮ ਇੱਥੇ ਜਾਰੀ ਹੈ ਔਰ ਵੱਖ-ਵੱਖ ਪਿੰਡਾਂ ਵਿੱਚ ਉਹ ਲਹਿਰ ਚੱਲ ਰਹੇ ਨੇ और मैं तो सिर्फ एक साधन है। डायसिस वालों जो भी दिशा निर्देश साढ़े अंजीलीकरण का काम ले दिंदे ने उन्होंने सारे इलाके दे विच रीजन दे विच ਡੀਨਰੀ ਦੇ ਵਿੱਚ ਅਤੇ ਪੈਰਿਸ਼ ਦੇ ਵਿੱਚ ਲਾਗੂ ਕਰਨ ਲਈ ਮੈਂ ਵੱਧ ਚੜ੍ਹ ਕੇ ਯੋਗਦਾਨ ਪਾਉਣਾ। ਇਹ ਇਸ ਤੋਂ ਇਲਾਵਾ ਮੈਨੂੰ ਰੱਬ ਦੇ ਪੂਰਾ ਵਿਸ਼ਵਾਸ ਹੈ ਕਿ ਅੰਜੀਲੀਕਰਨ ਦਾ ਕੰਮ ਇੱਥੇ ਬਹੁਤ ਜੋਸ਼ ਨਾਲ ਚੱਲੇਗਾ। ਖੁਦਾ ਦਾ ਰਾਜ ਸਥਾਪਿਤ ਕਰਨ ਲਈ ਅਸਾਂ ਵੱਧ ਚੜ੍ਹ ਕੇ ਯੋਗਦਾਨ ਵੀ ਪਾ ਸਕਾਂਗੇ। ਸੋ ਫਾਦਰ ਜੀ, ਤੁਸੀਂ ਬੜੀ ਵੱਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਔਰ ਸਾਨੂੰ ਖਾਸ ਕਰਕੇ ਮੈਨੂੰ ਤੁਹਾਡੇ ਨਾਲ ਗੱਲ ਕਰ ਹਮੇਸ਼ਾ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਮੈਨੂੰ ਬੜਾ ਚੰਗਾ ਲੱਗਦਾ ਔਰ ਮੈਂ ਪ੍ਰਾਊਡ ਫੀਲ ਕਰਦਾ ਕਿ ਮੈਂ ਐਡੀ ਵੱਡੀ ਸ਼ਖਸੀਅਤ ਦੇ ਨਾਲ ਬਹੁਤ ਵਾਰੀ ਗੱਲਬਾਤ ਕਰ ਚੁੱਕਾ ਹਾਂ ਸਾਡੇ ਇਸ ਚੈਨਲ ਦੁਆਰਾ ਤੇ ਉਮੀਦ ਹੈ ਦਰਸ਼ਕਾਂ ਨੂੰ ਵੀ ਇਹ ਸਾਡੀ ਗੱਲਬਾਤ ਬਹੁਤ ਪਸੰਦ ਆਈ ਹੋਏਗੀ ਔਰ ਦਰਸ਼ਕਾਂ ਨੂੰ ਇੱਕ ਵੱਡੀ ਜਾਣਕਾਰੀ ਵੀ ਫਾਦਰ ਜੀ ਵੱਲੋਂ ਮਿਲੀ ਹੈ। ਸੋ ਪਿਆਰੇ ਦਰਸ਼ਕੋ, ਇਸੇ ਗੱਲਬਾਤ ਦੇ ਨਾਲ ਅਸੀਂ ਇਸ ਪ੍ਰੋਗਰਾਮ ਦਾ ਅੰਤ ਕਰਦੇ ਹਾਂ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਫਾਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਯਿਸੂ ਦੀ। ਪਿਆਰੇ ਦਰਸ਼ਕੋ, ਅਸੀਂ ਹੁਣੇ ਹੀ ਮੌਨਸਿਨਯੋਰ ਮਾਈਕਲ ਐਨੀ ਦੇ ਦੁਆਰਾ ਇਸ ਗਿਰਜਾਘਰ ਦੇ ਇਤਿਹਾਸ ਨੂੰ ਸੁਣਿਆ ਅਤੇ ਜਾਣਿਆ ਕਿ ਕਿਵੇਂ ਖੁਦਾ ਦਾ ਵਚਨ ਅੰਗਰੇਜ਼ ਫਾਦਰਾਂ ਦੇ ਦੁਆਰਾ ਆਗਰਾ ਵਿਕਾਰੀਏਟ, ਲਾਹੌਰ ਵਿਕਾਰੀਏਟ, ਜਲੰਧਰ ਪ੍ਰੀਫੈਕਚਰ ਦੇ ਵਿੱਚੋਂ ਦੀ ਹੁੰਦਾ ਹੋਇਆ ਮੌਜੂਦਾ ਸਮੇਂ ਤੱਕ ਸਾਡੇ ਕੋਲ ਪਹੁੰਚਿਆ। ਬੇਸ਼ੱਕ ਇਸ ਜਗ੍ਹਾ ਤੇ ਕੈਥਲਿਕ ਮਿਸ਼ਨਰੀਆਂ ਦੇ ਪੈਰ 1841 ਈਸਵੀ ਵਿੱਚ ਹੀ ਪਏ ਸਨ, ਪਰ ਮਿਸ਼ਨ ਕਾਰਜ 1845 ਵਿੱਚ ਮਾਨਯੋਗ ਫਾਦਰ ਫ੍ਰਾਂਸਿਸ ਏਤੀਏਨ ਅਤੇ ਮਾਨਯੋਗ ਫਾਦਰ ਮੈਕਡੋਨਲ ਓਸੀ ਦੇ ਆਉਣ ਨਾਲ ਸ਼ੁਰੂ ਹੋਇਆ। ਆਰੰਭ ਵਿੱਚ ਇਸ ਜਗ੍ਹਾ ਦੀ ਰੇਖ-ਦੇਖ ਓਸੀ ਫਾਦਰਾਂ ਵੱਲੋਂ ਕੀਤੀ ਗਈ ਅਤੇ ਬਾਅਦ ਵਿੱਚ ਬੈਲਜੀਅਨ ਕੈਪੂਚਿਨਸ ਨੇ ਇਸ ਜਗ੍ਹਾ ਨੂੰ ਸੰਭਾਲਿਆ। ਕੋਈ 90 ਸਾਲ ਦੇ ਬਾਅਦ 1935 ਵਿੱਚ ਕੈਥਲਿਕ ਮਿਸ਼ਨਰੀਆਂ ਨੂੰ ਇਜਾਜ਼ਤ ਦਿੱਤੀ ਗਈ ਕਿ ਉਹ ਸਥਾਨਿਕ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰ ਸਕਦੇ ਹਨ।
ਮਾਨਯੋਗ ਫਾਦਰ ਬੋਨਾਵੈਂਚਰ ਦੇ ਆਉਣ ਨਾਲ ਸਥਾਨਿਕ ਲੋਕਾਂ ਦੇ ਵਿੱਚ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤੋਂ ਪਹਿਲਾਂ ਸਾਰੇ ਫਾਦਰ ਲੋਕ ਮਿਲਟਰੀ ਚਾਪਲਿਨਸ ਦੇ ਤੌਰ ਤੇ ਹੀ ਕੰਮ ਕਰਦੇ ਸਨ। ਦੇਸ਼ ਦੀ ਵੰਡ ਦੇ ਬਾਅਦ 1947 ਵਿੱਚ ਇੱਥੇ ਬ੍ਰਿਟਿਸ਼ ਕੈਪੂਚਨਸ ਨੇ ਇਸ ਜਗ੍ਹਾ ਦੀ ਦੇਖ-ਰੇਖ ਕੀਤੀ। ਉਸ ਤੋਂ ਬਾਅਦ ਭਾਰਤੀ ਕੈਪੂਚਨਸ ਨੇ ਇਸ ਜਗ੍ਹਾ ਨੂੰ ਸੰਭਾਲਿਆ। 1970 ਤੋਂ 1985 ਤੱਕ ਡਾਇਸਿਸ ਦੇ ਫਾਦਰਾਂ ਨੇ ਇੱਥੇ ਸੇਵਾ ਨਿਭਾਈ ਅਤੇ 1985 ਤੋਂ 2020 ਤੱਕ CST ਫਾਦਰਾਂ ਨੇ ਇੱਥੇ ਸੇਵਾ ਕੀਤੀ ਅਤੇ ਹੁਣ ਫਿਰ 2020 ਤੋਂ ਇੱਥੇ ਇਹ ਪੈਰਿਸ਼ ਜਲੰਧਰ ਡਾਇਸਿਸ ਨੂੰ ਵਾਪਸ ਦਿੱਤੀ ਗਈ ਅਤੇ ਮੌਨਸਿਨਿਓਰ ਮਾਈਕਲ ਐਨੀ ਇਸ ਦੇ ਮੌਜੂਦਾ ਪੈਰਿਸ਼ ਪ੍ਰੀਸਟ ਹਨ। ਚਰਚ ਦੀਆਂ ਹੋਰ ਵੀ ਆਕਰਸ਼ਿਤ ਅਤੇ ਸ਼ਰਧਾਪੂਰਵਕ ਥਾਵਾਂ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਦੇ ਅਗਲੇ ਹਿੱਸੇ ਦੇ ਵਿੱਚ। पावन धरती दे वल तेरे वधदे कदम, पावन धरती दे वल तेरे वधदे कदम, तेरे जीवन दे बंदिरा खोलणगे रब दी बरकत दे नाल, उजड़े खिल जाणगे सुते पाग तेरे जाग तैनू ढोलणगे पावन धरती दे वल।